एंटिटी रिलेशनशिप मॉडल, ईआर मॉडल। एंटिटी ਅਸੀਂ ਕਿਸੇ ਰੀਅਲ ਵਰਲਡ ਐਂਟੀਟੀ ਨੂੰ ਕਹਿ ਸਕਦੇ ਹਾਂ ਜਿਸ ਦੇ ਬਾਰੇ ਡਾਟਾ ਸਟੋਰ ਕੀਤਾ ਗਿਆ ਹੋਵੇ, ਜਿਵੇਂ ਸਟੂਡੈਂਟ ਇੱਕ ਐਂਟੀਟੀ ਹੈ, EMPLOYEE ਇੱਕ ਐਂਟੀਟੀ ਹੈ। ਪ੍ਰੈਕਟੀਕਲੀ ਅਸੀਂ ਕਿਸੇ ਟੇਬਲ ਨੂੰ ਐਂਟੀਟੀ ਕਹਿ ਸਕਦੇ ਹਾਂ, ਟੇਬਲ ਦੇ ਸਟਰਕਚਰ ਨੂੰ, ਟੇਬਲ ਦੇ ਵਿੱਚ ਸਟੋਰ ਹੋਏ ਹੋਏ ਰਿਕਾਰਡ ਨੂੰ। ਤੇ ਰਿਲੇਸ਼ਨਸ਼ਿਪ ਹੁੰਦਾ ਇੱਕ ਐਂਟੀਟੀ ਦਾ ਦੂਸਰੀ ਐਂਟੀਟੀ ਦੇ ਨਾਲ। ਉੱਥੇ ਟੇਬਲਸ ਹੁੰਦੇ ਨੇ, ਸੋ ਟੇਬਲਸ ਦਾ ਆਪਸ ਵਿੱਚ ਰਿਲੇਸ਼ਨ ਮਤਲਬ ਐਂਟੀਟੀਜ਼ ਦਾ ਰਿਲੇਸ਼ਨਸ਼ਿਪ, ਨੋਟ ਰਿਲੇਸ਼ਨ ਤਾਂ ਟੇਬਲ ਨੂੰ ਹੀ ਕਿਹਾ ਜਾਂਦਾ ਹੈ ਡਾਟਾਬੇਸ ਦੀ ਲੈਂਗੁਏਜ ਦੇ ਵਿੱਚ। ਸੋ ਜਦੋਂ ਕੋਈ ਡਾਟਾਬੇਸ ਬਣਦਾ ਉਹਦੇ ਅੰਦਰ ਟੇਬਲ ਤਿਆਰ ਹੋਣਗੇ, ਪਰ ਉਹਨਾਂ ਤੋਂ ਪਹਿਲਾਂ ਉਹਦਾ ਇੱਕ ਡਿਜ਼ਾਈਨ ਤਿਆਰ ਕੀਤਾ ਜਾਂਦਾ ਹੈ। ਉਹ ਡਿਜ਼ਾਈਨ ਜਿਹੜਾ ਹੈ ਐਂਟੀਟੀ ਰਿਲੇਸ਼ਨਸ਼ਿਪ ਮਾਡਲ ਦੇ ਨਾਲ ਬਣਾਇਆ ਜਾਂਦਾ ਹੈ। ਉੱਥੇ ਅਸੀਂ ਹਰ ਇੱਕ ਟੇਬਲ ਨੂੰ ਟੇਬਲ ਨਹੀਂ ਐਂਟੀਟੀ ਕਹਿੰਦੇ ਆ, ਤੇ ਉਹਨਾਂ ਦੇ ਵਿਚਾਲੇ ਜਿਹੜਾ ਰਿਲੇਸ਼ਨ ਹੈ, ਰਿਲੇਸ਼ਨਸ਼ਿਪ ਹੈ, ਲਿੰਕ ਹੈ ਜਿਹੜਾ, ਉਹਨੂੰ ਰਿਲੇਸ਼ਨਸ਼ਿਪ ਕਹਿੰਦੇ ਆ, ਐਂਟੀਟੀ ਰਿਲੇਸ਼ਨਸ਼ਿਪ। ਸੋ ਦ ਐਂਟੀਟੀ relationship model is the most popular conceptual model used for designing a database. Database ਨੂੰ design ਕਰਨਾ ਹੈ। It was originally proposed by Dr. Peter Chan in 1976. ਉਹਨੇ ਬਣਾਇਆ ਸੀ as a way to unify the network and relational database views. ਨੈਟਵਰਕ ਦੇ ਲਈ ਵੀ ਯੂਜ਼ ਹੁੰਦਾ ਇਹ, ਨੈਟਵਰਕ ਡਾਟਾਬੇਸ ਦਾ ਮਾਡਲ ਹੈ, ਨੈਟਵਰਕ ਮਾਡਲ ਉਹਦੇ ਲਈ, ਅਤੇ ਰਿਲੇਸ਼ਨਲ ਮਾਡਲ ਦੋਨਾਂ ਦੇ ਲਈ ਇਹ ਵਰਤਿਆ ਜਾ ਸਕਦਾ ਹੈ, ਐਂਟੀਟੀ ਰਿਲੇਸ਼ਨਸ਼ਿਪ ਮਾਡਲ। The ER model views the real world as the set of objects, ਜਿਨ੍ਹਾਂ ਨੂੰ ਅਸੀਂ ਐਂਟੀਟੀਜ਼ ਕਹਿੰਦੇ ਹਾਂ। ਮੈਂ ਜਿਵੇਂ ਦੱਸਿਆ ਵੀ ਸਟੂਡੈਂਟ, ਟੇਬਲ, ਇਹ ਸਾਰੀਆਂ ਆਬਜੈਕਟਸ ਨੂੰ ਅਸੀਂ ਐਂਟੀਟੀਜ਼ ਕਹਿੰਦੇ ਹਾਂ। ਤੇ ਦੋ ਐਂਟੀਟੀਜ਼ ਦਾ ਆਪਸ ਵਿੱਚ ਰਿਲੇਸ਼ਨਸ਼ਿਪ ਹੁੰਦਾ ਹੈ। ਐਂਡ देयर ਕੈਰੈਕਟਰਿਸਟਿਕਸ ਆਲਸੋ ਨੋਨ ਐਜ਼ ਐਟਰੀਬਿਊਟਸ। ਹਰੇਕ ਐਂਟੀਟੀ ਦੇ ਐਟਰੀਬਿਊਟ ਹੁੰਦੇ ਨੇ। ਐਟਰੀਬਿਊਟ ਮੀਨਸ ਜਿਵੇਂ ਸਟੂਡੈਂਟ ਦੇ ਐਟਰੀਬਿਊਟ ਨੇ ਰੋਲ ਨੰਬਰ, ਨੇਮ, ਮਾਰਕਸ, ਡੇਟ ਆਫ ਬਰਥ, ਫੀਸ, ਸਿਟੀ, ਪਿਨ ਕੋਡ, ਐਡਰੈਸ, ਫਾਦਰ ਨੇਮ, ਮਦਰ ਨੇਮ, ਆਲ ਥੀਸ ਆਰ ਐਟਰੀਬਿਊਟਸ ਆਫ ਸਟੂਡੈਂਟ ਐਂਟੀਟੀ। ਸਿਮਿਲਰਲੀ ਹਰੇਕ ਦੇ ਹੁੰਦੇ ਨੇ। ਟੇਬਲ ਦਾ ਵੀ ਲਾ ਲਓ, ਟੇਬਲ ਇੱਕ ਜੇ ਐਂਟੀਟੀ ਹੋਵੇ ਤਾਂ ਉਹਦੇ ਐਟਰੀਬਿਊਟ ਹੋਣਗੇ, ਉਹਦੀ ਵਿਡਥ, ਉਹਦੀ ਲੈਂਥ, ਉਹਦੀ ਹਾਈਟ, ਉਹਦਾ weight, ਉਹਦਾ ਪ੍ਰਾਈਸ, ਇਹ ਚੀਜ਼ ਉਹਦੇ ਐਟਰੀਬਿਊਟ, ਹਰੇਕ ਦੇ ਹੁੰਦੇ ਨੇ ਐਟਰੀਬਿਊਟ। ਜਦੋਂ ਕੋਈ ਐਂਟੀਟੀ ਹੈ ਤਾਂ ਉਹਦੇ ਐਟਰੀਬਿਊਟ ਵੀ ਹੁੰਦੇ ਨੇ। ਐਂਡ ਐਸੋਸੀਏਸ਼ਨ ਅਮੰਗ ਥੀਸ ਆਬਜੈਕਟਸ ਨੋਨ ਐਜ਼ ਰਿਲੇਸ਼ਨਸ਼ਿਪਸ। ਦੋ ਐਂਟੀਟੀਜ਼ ਆਪਸ ਵਿੱਚ ਕਨੈਕਟਡ ਹੁੰਦੀਆਂ ਨੇ, ਕੋਈ ਲਿੰਕ ਹੁੰਦਾ ਤਾਂ ਉਹਨੂੰ ਅਸੀਂ ਰਿਲੇਸ਼ਨਸ਼ਿਪ ਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ। The entities, attributes and relationships, ਇਹ ਤਿੰਨ ਚੀਜ਼ਾਂ ਮੇਨ ਨੇ। These are the basic constructs of ER model. When a relational database is to be designed, an ER diagram, entity relationship diagram, is drawn at an early stage. ਪਹਿਲਾਂ ਉਹ ਬਣਾਈ ਜਾਂਦੀ ਹੈ। ਜਿਵੇਂ ਆਪਾਂ ਕਹਿੰਦੇ ਪ੍ਰੋਗਰਾਮ ਬਣਾਉਣ ਤੋਂ ਪਹਿਲਾਂ ਆਪਾਂ ਫਲੋ ਚਾਰਟ ਬਣਾਉਂਦੇ ਸੀ, ਉਸੇ ਤਰ੍ਹਾਂ ਨਾਲ ਇੱਕ ਡਾਟਾਬੇਸ ਦਾ ਡਿਜ਼ਾਈਨ ਪਹਿਲਾਂ ਬਣਾਇਆ ਜਾਂਦਾ ਹੈ। ਉਹ ER ਮਾਡਲ ਦੇ ਨਾਲ ਬਣਾਇਆ ਜਾਂਦਾ ਹੈ। ਉਸ ਤੋਂ ਬਾਅਦ ਉਸ ਡਾਟਾਬੇਸ ਨੂੰ ਟ੍ਰਾਂਸਫਰ ਕਰਿਆ ਜਾਂਦਾ ਹੈ ਟੇਬਲਸ ਦੇ ਵਿੱਚ, ਐਂਡ ਡਿਵੈਲਪਡ ਐਜ਼ ਅ ਰਿਕੁਆਇਰਮੈਂਟ ਆਫ ਡਾਟਾਬੇਸ ਡਿਜ਼ਾਈਨ। ਮੈਪਿੰਗ ਕਾਰਡਿਨੈਲਿਟੀਜ਼। A mapping cardinality is a database constraint ਜਾਂ data constraint। constraint ਹੁੰਦੀ ਹੈ, restriction ਕਹਿ ਸਕਦੇ ਹਾਂ, that specifies how many entities an entity can relate to in a relationship set। ਮੰਨ ਲਓ ਦੋ ਐਂਟੀਟੀਜ਼ ਦਾ ਆਪਸ ਵਿੱਚ ਇੱਕ ਰਿਲੇਸ਼ਨਸ਼ਿਪ ਹੈ, ਤਾਂ ਇੱਕ ਐਂਟੀਟੀ ਦੇ ਆਪੋਜ਼ਿਟ ਦੂਜੇ ਪਾਸੇ ਕਿੰਨੀਆਂ ਐਂਟੀਟੀਜ਼ ਆ ਸਕਦੀਆਂ ਨੇ। ਉਹ ਜਿਹੜੀ ਰੈਸਟ੍ਰਿਕਸ਼ਨ ਹੈ, ਉਹ ਜਿਹੜਾ ਕੰਸਟ੍ਰੇਂਟ ਹੈ, ਉਸ ਨੂੰ ਅਸੀਂ ਕਾਰਡੀਨੈਲਿਟੀ, ਮੈਪਿੰਗ ਕਾਰਡੀਨੈਲਿਟੀਜ਼ ਕਹਿੰਦੇ। ਫॉर एग्जांपल, a student can only work on 2 projects। ਇੱਕ ਸਟੂਡੈਂਟ ਮੰਨ ਲਓ ਸਿਰਫ 2 ਪ੍ਰੋਜੈਕਟਸ ਤੇ ਵਰਕ ਕਰ ਸਕਦਾ ਹੈ। एक कंस्ट्रेंट हो गया, रिस्ट्रिक्शन होगी। The number of students that work on one project is not limited, पर
ਇੱਕ ਪ੍ਰੋਜੈਕਟ ਤੇ ਕਿੰਨੇ ਸਟੂਡੈਂਟ ਕੰਮ ਕਰ ਸਕਦੇ ਨੇ ਉਹਦੀ ਕੋਈ ਲਿਮਿਟ ਨਹੀਂ ਹੈ। ਤਾਂ ਦੋਨਾਂ 'ਚ ਫਰਕ ਹੋ ਗਿਆ ਨਾ, ਤਾਂ ਕਾਰਡੀਨੈਲਿਟੀਜ਼ ਦਾ ਫਰਕ ਹੋ ਗਿਆ, ਮੈਪਿੰਗ ਕਾਰਡੀਨੈਲਿਟੀਜ਼ ਦਾ ਫਰਕ ਹੋ ਗਿਆ ਵੀ ਇੱਕ ਸਟੂਡੈਂਟ ਪਿੱਛੇ ਦੋ ਪ੍ਰੋਜੈਕਟ ਕਨੈਕਟਡ ਨੇ, ਪਰ ਇੱਕ ਪ੍ਰੋਜੈਕਟ ਬਹੁਤ ਸਾਰੇ ਅਨਲਿਮਿਟਡ ਸਟੂਡੈਂਟਸ ਨਾਲ ਕਨੈਕਟਡ ਹੈ। A binary relationship set is a relationship set on two entity sets। ਦੋ entity sets ਹੋਣਗੇ ਸਾਡੇ ਕੋਲੇ, ਮੈਂ ਥੋੜੀ ਜਿਹੀ ਫਿਗਰ ਦਿਖਾ ਦਵਾਂ ਨੈਕਸਟ ਤੇ, ਇਹ ਆਣੀ ਹੈ। ਆ ਇੱਕ ਐਂਟੀਟੀ ਸੈੱਟ ਹੈ, ਆ ਦੂਜਾ ਐਂਟੀਟੀ ਸੈੱਟ ਹੈ, ਫਸਟ ਐਂਟੀਟੀ ਸੈੱਟ ਐਂਡ ਸੈਕੰਡ ਐਂਟੀਟੀ ਸੈੱਟ, ਜਿਹਨੂੰ ਆਪਾਂ A ਅਤੇ B ਵੀ ਕਹਿ ਸਕਦੇ ਹਾਂ। ਮੈਂ ਇਸ ਐਗਜ਼ਾਮਪਲ 'ਚ A ਅਤੇ B ਲਿਖਿਆ ਹੋਇਆ, ਸੋ ਮੈਂ ਇੱਥੇ A ਅਤੇ B ਵੀ ਲਿਖ ਦਿੰਦਾ। ਤਾਂ ਇਹ ਸਮਝੋ ਵੀ ਇੱਕ ਤਰ੍ਹਾਂ ਐਂਟੀਟੀ ਸੈੱਟ ਮੀਨਸ ਇੱਕ ਟੇਬਲ ਹੀ ਸਮਝੋ ਵੀ ਇਹਦਾ ਟੇਬਲ ਦਾ ਇੱਕ ਰਿਕਾਰਡ ਦੂਜੇ ਟੇਬਲ ਦੇ ਇੱਕ ਰਿਕਾਰਡ ਨਾਲ ਕਨੈਕਟਡ ਹੈ, 1 to 1 ਰਿਲੇਸ਼ਨਸ਼ਿਪ। ਬਾਅਦ 'ਚ ਪੜ੍ਹਦੇ ਹਾਂ, ਪਹਿਲਾਂ ਦੇਖ ਲਈ। A binary relationship set is a relationship set on two entity sets। ਦੋ sets ਹੋਣਗੇ, ਦੋ entity set ਮਤਲਬ ਦੋ ਟੇਬਲ ਸਮਝੋ ਪ੍ਰੈਕਟੀਕਲੀ ਜੇ ਸਮਝਣਾ। Mapping cardinalities on binary relationship sets are simplest। ਸਭ ਤੋਂ ਸੌਖੇ, ਆਪਾਂ ਉਹਨਾਂ ਨੂੰ ਅੱਗੇ ਡਿਸਕਸ ਕਰਦੇ ਹਾਂ, ਤਿੰਨੇ ਈਜ਼ੀ ਨੇ। ਕੰਸੀਡਰ ए ਬਾਈਨਰੀ ਰਿਲੇਸ਼ਨਸ਼ਿਪ ਸੈਟ R। ਮੰਨ ਲਓ ਇੱਕ ਰਿਲੇਸ਼ਨਸ਼ਿਪ ਸੈਟ ਹੈ, ਦੋ A ਅਤੇ B ਦੇ ਵਿਚਾਲੇ ਇੱਕ ਐਸੋਸੀਏਸ਼ਨ ਔਨ ਐਂਟੀਟੀ ਸੈਟਸ A ਐਂਡ B। ਦੋ ਐਂਟੀਟੀ ਸੈਟ ਨੇ, ਐਂਟੀਟੀ ਸੈਟ A ਐਂਡ ਐਂਟੀਟੀ ਸੈਟ B। ਐਂਟੀਟੀ ਸੈਟ ਮਤਲਬ ਗਰੁੱਪ ਆਫ ਰਿਕਾਰਡਸ, ਮਤਲਬ ਟੇਬਲ, ਇੱਕੋ ਹੀ ਗੱਲ ਹੋਊਗੀ। ਟੇਬਲ ਅਸੀਂ ਜਾਂ ਰਿਲੇਸ਼ਨਸ ਅਸੀਂ ਕਹਾਂਗੇ ਜਦੋਂ ਅਸੀਂ ਡਾਟਾਬੇਸ ਦੀ ਗੱਲ ਕਰਾਂਗੇ। ਜਦੋਂ ਅਸੀਂ ER ਮਾਡਲ ਦੀ ਗੱਲ ਕਰ ਰਹੇ ਹਾਂ ਤਾਂ ਅਸੀਂ ਉਹਨਾਂ ਨੂੰ ਐਂਟੀਟੀ ਸੈਟਸ ਕਹਿ ਰਹੇ ਹਾਂ, ਟੇਬਲ ਹੈ ਉਹੀ ਚੀਜ਼। ਤਾਂ ਐਂਟੀਟੀ ਸੈਟ A ਇੱਕ ਰਿਕਾਰਡਸ ਦਾ ਸੈੱਟ ਹੈ, ਐਂਟੀਟੀ ਸੈਟ B ਇੱਕ ਦੂਜੇ ਰਿਕਾਰਡ ਦਾ ਸੈੱਟ ਹੈ, ਤੇ ਸੈੱਟ R ਦੋਨਾਂ ਦੇ ਵਿਚਾਲੇ ਇੱਕ ਰਿਲੇਸ਼ਨਸ਼ਿਪ ਹੈ, ਐਸੋਸੀਏਸ਼ਨ। देयर आर 4 possible mapping cardinalities in this case। ਸਾਡੇ ਕੋਲੇ 4 possibilities ਹੋ ਸਕਦੀਆਂ ਨੇ। 1 to 1 ਰਿਲੇਸ਼ਨਸ਼ਿਪ ਹੋ ਸਕਦਾ ਹੈ। An entity in A is related to at most one entity in B। B ਪਹਿਲੇ ਐਂਟੀਟੀ ਸੈੱਟ ਦਾ ਇੱਕ ਰਿਕਾਰਡ ਦੂਸਰੇ ਐਂਟੀਟੀ ਸੈੱਟ ਦੇ ਸਿਰਫ ਇੱਕ ਰਿਕਾਰਡ, ਇੱਕ ਰਿਕਾਰਡ ਨੂੰ ਐਂਟੀਟੀ ਕਿਹਾ ਜਾ ਰਿਹਾ। ਐਂਟੀਟੀ ਸੈੱਟ ਮਤਲਬ ਪੂਰਾ ਟੇਬਲ, ਨੰਬਰ ਆਫ ਰਿਕਾਰਡਸ। ਸੈੱਟ ਮੀਨਸ ਨੰਬਰ ਆਫ ਰਿਕਾਰਡਸ, ਮੋਰ ਨੰਬਰ ਆਫ ਰਿਕਾਰਡਸ। ਸੋ ਇਸ ਐਂਟੀਟੀ ਸੈੱਟ ਦੇ ਵਿੱਚੋਂ ਇੱਕ ਐਂਟੀਟੀ ਮੰਨ ਲਓ A1 is related to one entity of this entity set। this entity is B1। ਉਸੇ ਤਰ੍ਹਾਂ A2 entity is related to B2। A3 entity is related to B3। so this is 1 to 1 relationship। and the entity B is related to at most one entity in A। ਇਧਰੋਂ ਇੱਧਰ ਵੀ ਇੱਕੋ ਹੀ ਰਿਲੇਸ਼ਨ ਹੈ ਜੇ ਇੱਧਰ ਨੂੰ ਕਰੀਏ, ਤੇ ਇੱਧਰੋਂ ਇੱਧਰ ਨੂੰ ਵੀ ਇੱਕੋ ਹੀ ਹੈ ਜੇ ਐਨ ਕਰੀਏ, ਦੋਨੋਂ ਪਾਸੇ 1 to 1। ਦੂਸਰੀ ਪੋਸੀਬਿਲਿਟੀ ਹੈ 1 to many ਦੀ। one entity from one entity set is related to many entities of other entity set। ਇਹਦੇ ਤਿੰਨ ਨਾਲ ਰਿਲੇਟਡ ਹੈ। ਪਰ ਜਿਹੜਾ ਸੈਕਿੰਡ ਹੈ ਉਹਦੇ ਵਿੱਚੋਂ ਫਸਟ ਨਾਲ ਇੱਕੋ ਹੀ ਰਿਲੇਟਡ ਹੈ। ਇੱਧਰੋਂ ਇੱਧਰ ਨੂੰ ਜਾਈਏ ਤਾਂ ਇੱਕ ਹੈ, ਇੱਧਰੋਂ ਇੱਧਰ ਨੂੰ ਜਾਈਏ ਤਾਂ ਵੱਧ ਨੇ। ਇਹ 1 to many ਬਣ ਗਿਆ। an entity in A related to any number of entities in B, but an entity in B is related to at most one entity in A। ਇੱਕ ਪੋਸੀਬਿਲਿਟੀ ਹੈ many to one। ਵੀ ਪਹਿਲੇ ਦੇ ਵਿੱਚੋਂ many ਦੂਜੇ ਦੇ ਇੱਕ ਨਾਲ ਰਿਲੇਟਡ ਨੇ। ਇਹਦੇ ਵਿੱਚੋਂ ਦੇਖੋ A1 A2 ਤੇ A5 ਇਹ ਤਿੰਨੋਂ ਹੀ B1 ਨਾਲ ਰਿਲੇਟਡ ਨੇ। ਸੋ ਇੱਧਰੋਂ ਇੱਧਰ ਨੂੰ many ਹੋ ਗਏ, ਪਰ ਇੱਧਰੋਂ ਇੱਧਰ ਨੂੰ 1 ਹੈ। ਆ ਦੇਖੋ A4 ਹੈ ਜਿਹੜਾ ਉਹ ਸਿਰਫ ਇੱਕ ਦੇ ਨਾਲ ਹੀ ਰਿਲੇਟਡ ਹੈ, ਤੇ many to one। an entity in A is related to at most one entity in B, but an entity in B is related to any number of entities in A। it is many to one relationship। ਪਹਿਲੇ ਦੇ many ਦੂਜੇ ਦੇ 1 ਨਾਲ ਰਿਲੇਟਡ ਨੇ, ਪਰ ਦੂਜੇ ਦਾ 1 ਪਹਿਲੇ ਦੇ 1 ਨਾਲ ਹੀ ਰਿਲੇਟਡ ਹੈ। ਤੇ ਚੌਥੀ ਪੋਸੀਬਿਲਿਟੀ ਹੈ many to many ਦੀ, ਦੋਨੋਂ ਪਾਸੇ many ਹੋ ਜਾਂਦੇ ਨੇ। an entity in A is related to any number of entities in B, but an entity in B is related to any number entities in A। ਦੋਨੋਂ ਪਾਸੇ ਇਧਰੋਂ ਇੱਕ ਐਂਟੀਟੀ A1 ਇਧਰੋਂ B1 ਤੇ B2 ਦੋਨਾਂ ਨਾਲ ਰਿਲੇਟਡ ਹੈ। ਸੇਮ ਉਸੇ ਤਰ੍ਹਾਂ ਨਾਲ ਇਧਰਲੇ ਪਾਸੇ B1 ਐਂਟੀਟੀ ਹੈ ਜਿਹੜੀ ਉਹ ਇਧਰਲੇ ਪਾਸੇ A1 ਤੇ A2 ਦੋਨਾਂ ਨਾਲ ਰਿਲੇਟਡ ਹੈ। ਹੁਣ many to many relationship set। I think simple ਸੀ।
क्लीयर हो गया होगा। अगे टर्म्स आ जांदियां ने वीक एंटिटी सैट एंड स्ट्रोंग एंटिटी सैट। आप प्राइमरी की बारे पिछे पढ़ के आए हैं। प्राइमरी की एक स्ट्रोंग एंटिटी सैट के अंदर होंगी है ते वीक एंटिटी एक फॉरन की वाले एंटिटी सैट के विच होंदी है। स्ट्रोंग एंटिटी, ए स्ट्रोंग एंटिटी इज नॉट डिपेंडेंट ऑन एनी अदर एंटिटी इन द स्कीमा। मतलब वो इंडिपेंडेंट है, वो किसी ते डिपेंड नहीं करती। वीक एंटिटी स्ट्रोंग एंटिटी ते डिपेंड करती होंगी है। ए स्ट्रोंग एंटिटी विल ऑलवेज हैव ए प्राइमरी की, जिमें रोल नंबर है वो यूनीक है, जो डुप्लीकेट नहीं हो रहा वो प्राइमरी की है तो एक स्ट्रोंग एंटिटी मनी जाएगी। स्ट्रोंग एंटिटीज आर रिप्रजेंटेड बाय सिंगल रेक्टेंगल। आ देखो इत्थे मैं कस्टमर नूं जिहड़ा रेक्टेंगल बना के रिप्रजेंट कीता है ये स्ट्रोंग एंटिटी है। द रिलेशनशिप ऑफ टू स्ट्रोंग एंटिटीज इज रिप्रजेंटेड बाय सिंगल डायमंड। दो स्ट्रोंग एंटिटीज दे विच जे रिलेशनशिप बनता है तो सिंगल डायमंड दे नाल रिप्रजेंट किया जाता है। दो स्ट्रोंग एंटिटीज दे विच जिहड़ा रिलेशनशिप हुंदा है। वेरियस स्ट्रोंग एंटिटीज व्हेन कंबाइंड टुगेदर क्रिएट्स ए स्ट्रोंग एंटिटी सैट। ठीक है, उन्होंने स्ट्रोंग एंटिटी सैट कह देंगे। बहुत सारी एंटिटीज इकट्ठियां होंगी जो स्ट्रोंग एंटिटी सैट होगी। सिमिलरली साडे को वीक एंटिटी है। वीक एंटिटी इज डिपेंडेंट ऑन प्राइमरी एंटिटी यानी स्ट्रोंग एंटिटी। वीक एंटिटी स्ट्रोंग एंटिटी ते डिपेंड करती है टू इनश्योर इट्स एग्जिस्टेंस। जे स्ट्रोंग एंटिटी होएगी तो वीक एग्जिस्ट करेगी, जे स्ट्रोंग नहीं होएगी तो वीक एग्जिस्ट नहीं करेगी। फॉर एग्जाम्पल जिवें नीचे है कस्टमर जे होएगा तो लोन दिता जाएगा, जे कस्टमर ही नहीं है तो लोन किहनूं देना। सो लोन इज ए वीक एंटिटी, customer is a strong entity because loan depends on customer. Unlike a strong entity, a weak entity does not have a primary key. ਉਹਦੇ primary key नहीं होएगी weak entity। ਉਹਦੇ 'ਚ ਜਿਹੜੀਆਂ values ਆਉਣਗੀਆਂ foreign key 'ਚ ਆਉਣਗੀਆਂ। It instead has a partial discriminator key, ਉਹਨੂੰ ਅਸੀਂ ਕਹਾਂਗੇ ਜਿਹੜੀ foreign key ਬਣੇਗੀ। A weak entity is represented by double rectangle। इत्थे देखो डबल लाइन वाली रेक्टेंगल बनाई है, ये वीक एंटिटी है। The relation between one strong entity and one weak entity is represented by double diamond। आ जिहड़ा इहनूं डायमंड साइन कहंदे ने इदां दा, ये देखो डबल लाइन नाल बनाया गया। ये वीक एंटिटी अते स्ट्रोंग एंटिटी दे विचाले जदों रिलेशनशिप बनदा तां डबल लाइन नाल बनदा। जे दोनों स्ट्रोंग हुंदियां तां आपां सिंगल लाइन नाल बनाउंदे, आपां उपर पढ़ चुके हैं। दिस रिलेशनशिप इज आल्सो कॉल्ड आइडेंटिफाइंग रिलेशनशिप, क्योंकि आ जिहड़ी वीक एंटिटी है ये रिकॉर्ड सारे के सारे इस स्ट्रोंग एंटिटी ते डिपेंड करते हैं। जे स्ट्रोंग एंटिटी च एंट्री नहीं है किसी कस्टमर की तो उसकी एंट्री इधर हो ही नहीं सकती, क्योंकि जे कस्टमर नहीं है तो लोन नहीं दिता जा सकता। इस तरह ये वीक एंटिटी ते स्ट्रोंग एंटिटीज का आपस में रिलेशनशिप हुंदा डेटाबेस के अंदर। एंटिटी रिलेशनशिप डायग्राम जिहदी आपां गल कर रहे सी, ਇਹਦੇ 'ਚ कुछ सिंबल यूज होंगे ने। एन एंटिटी रिलेशनशिप डायग्राम इज ए विजुअल रिप्रजेंटेशन ऑफ डिफरेंट डाटा यूजिंग कन्वेंशनस दैट डिस्क्राइब हाउ दीज डाटा आर रिलेटेड टू ईच अदर। डाटा आपां टेबल्स दे विच पाउने आ, रोज एंड कॉलम्स दे विच बनाउने आ, पर उन्हां तो पहलां असीं उहदा डिजाइन तैयार करदे आ भी वो टेबल किहड़े-किहड़े बनणगे, उन्हां दे नाम की होणगे, किहड़े टेबल 'ਚ किहड़े फील्ड होणगे। उत्थे टेबल कहने आ, इत्थे एंटिटी कह दिंदे आ, उत्थे ਅਸੀਂ फील्ड कह ਦਿੰਦੇ ਆ, कॉलम कह ਦਿੰਦੇ ਆ, ਇੱਥੇ ਅਸੀਂ ਉਸ ਨੂੰ ਐਟਰੀਬਿਊਟ ਕਹਿ ਦਿੰਦੇ ਆ। ਇਹ ਫਰਕ ਹੈ। फॉर एग्जाम्पल द एलिमेंट्स राइटर नॉवल एंड कंज्यूमर मे बी डिस्क्राइब्ड यूजिंग द ईयर डायग्राम दिस वे। ਜਦੋਂ ਕੋਈ ਐਂਟਿਟੀ ਸ਼ੋ ਕਰਨੀ ਹੈ ਤਾਂ ਰੈਕਟੈਂਗਲ ਨਾਲ, ਜਦੋਂ ਐਟਰੀਬਿਊਟ ਬਣਾਉਣਾ ਹੈ ਤਾਂ ओवल, रिलेशनशिप डायमंड। इस तरह जे वीक हो जाए तो डबल लाइन कर देने ने। मल्टी वैल्यूड एट्रीब्यूट है विद ऐसा एट्रीब्यूट जिहदे विच एक तो ज़्यादा डुप्लीकेट वैल्यूज भी आ सकदियां ना, डुप्लीकेट नहीं मैं कह सकदा, एक तो ज़्यादा वैल्यूज आ सकदियां ने पर वन स्ट्रोंग एंटिटी। जिवें तुहाडी ईमेल आईडी है, तुहाडे कोल दो तीन भी हो सकदियां ने, तो वो जिहड़ियां होणगीਆਂ वो मल्टी वैल्यूड एट्रीब्यूट हो गया। ईमेल है जिहड़ी वो मल्टी वैल्यूड एट्रीब्यूट हो गई, क्योंकि उहदियां वैल्यूज एक तो ज़्यादा हो गए। नाम है जिहड़ा वो नहीं एक तो ज़्यादा हुंदे, वो एक ही हुंदा है। ठीक है, वो सिंगल वैल्यूड है। तो आ देखो ये डायग्राम बनाई है। कस्टमर
buys novel and writer creates novel। राइटर एक एंटिटी है, नॉवल भी एक एंटिटी है, कंज्यूमर भी एक एंटिटी है। तीन एंटिटीज ने इत्थे, तिन्हां दा आपस च रिलेशन दसना है। जिहड़ा राइटर है ਉਹ ਤੇ ਨਾਵਲ ਹੈ, ਉਹਨਾਂ ਦੇ ਵਿਚਾਲੇ ਰਿਲੇਸ਼ਨ ਬਣਿਆ ਕ੍ਰੀਏਟਸ, ਕਿਉਂਕਿ ਰਾਈਟਰ ਕ੍ਰੀਏਟਸ ਨਾਵਲ, ਰਾਈਟਰ ਨੇ ਨਾਵਲ ਲਿਖਣਾ ਹੈ, ਬਣਾਉਣਾ ਹੈ। ਤੇ ਜਿਹੜਾ ਕੰਜ਼ਿਊਮਰ ਹੈ, ਆਪਾਂ ਜਾਂ ਖਰੀਦਣ ਵਾਲੇ ਜਿਹੜੇ ਪੜ੍ਹਦੇ ਨੇ ਉਹਨੂੰ, ਅਤੇ ਨਾਵਲ ਦੇ ਵਿਚਾਲੇ ਜਿਹੜਾ ਰਿਲੇਸ਼ਨਸ਼ਿਪ ਆ ਉਹ ਬਾਇਜ਼ ਦਾ ਬਣਿਆ, ਕਿਉਂਕਿ ਕੰਜ਼ਿਊਮਰ ਬਾਇਜ਼ ਨਾਵਲ ਪਹਿਲਾਂ ਆਪਾਂ ਖਰੀਦਾਂਗੇ ਫਿਰ ਹੀ ਪੜਾਂਗੇ। ਇਸ ਤਰ੍ਹਾਂ ਇਹ ਰਿਲੇਸ਼ਨਸ਼ਿਪ ਦਿਖਾਏ ਜਾਂਦੇ ਨੇ ER ਡਾਇਗਰਾਮ ਦੇ ਵਿੱਚ। ਅੱਗੇ ਆ ਇੱਕ ਹੋਰ ਮੈਂ ਵੱਡੀ ਡਾਇਗਰਾਮ ਸ਼ੋਅ ਕੀਤੀ ਹੈ। ਇੱਥੇ ਐਗਜ਼ਾਮ ਬਾਰੇ ਦੱਸੀ ਹੋਈ ਹੈ। ਜਿਵੇਂ ਆ ਐਗਜ਼ਾਮ ਹੈ, ਐਗਜ਼ਾਮ ਇੱਕ ਐਂਟਿਟੀ ਹੋ ਗਈ। ਇਹਦੇ ਵਿੱਚ ਕੀ ਹੋ ਸਕਦਾ? ਐਗਜ਼ਾਮ ਦਾ ਨੰਬਰ, ਐਗਜ਼ਾਮ ਅੰਦਰ ਕਿਹੜਾ ਨੰਬਰ ਐਗਜ਼ਾਮ ਹੈ, ਸਬਜੈਕਟ ਕਾਹਦਾ ਹੋ ਰਿਹਾ ਹੈ, ਉਹਦਾ ਰਿਕਾਰਡ, ਇੱਕ ਰਿਲੇਸ਼ਨਸ਼ਿਪ ਬਣ ਗਿਆ। ਰਿਕਾਰਡਸ ਕਾਰਡ ਇਹ ਦੂਸਰਾ ਜਿਹਦੇ ਵਿੱਚ ਰਿਕਾਰਡਿੰਗ ਹੋਏ, ਰਿਕਾਰਡ ਰੱਖਿਆ ਜਾਏਗਾ ਐਗਜ਼ਾਮ ਦਾ, ਰਿਕਾਰਡ ਨੰਬਰ, ਸਬਜੈਕਟ ਨੇਮ, ਸਕੋਰ ਕਿੰਨਾ ਆਇਆ। ਤੇ ਉਸੇ ਤਰ੍ਹਾਂ ਐਗਜ਼ਾਮ ਅਟੈਂਡੀਜ਼ ਨੇ, ਕਿਹੜੇ ਕਿਹੜੇ ਨੇ ਅਟੈਂਡੈਂਸ, ਜਿਹਦੀ ਅਟੈਂਡੈਂਸ ਲਿਸਟ ਜਿਵੇਂ ਬਣਦੀ ਹੈ ਆਪਣੀ, ਸਟੂਡੈਂਟ ਦਾ ਨੰਬਰ, ਨੇਮ, ਫੋਨ, ਈਮੇਲ ਇਹ 'ਚ ਰੱਖਿਆ ਜਾਏਗਾ। ਤਾਂ ਐਗਜ਼ਾਮ ਅਟੈਂਡੀ ਸਿਟਸ ਇਨ ਐਗਜ਼ਾਮ ਐਂਡ ਐਗਜ਼ਾਮ ਹੈਜ਼ ਏ ਰਿਕਾਰਡ ਇਨ ਰਿਕਾਰਡ ਕਾਰਡ। ਇੱਦਾਂ ਇਹਨਾਂ ਦਾ ਰਿਲੇਸ਼ਨਸ਼ਿਪ ਬਣਿਆ। ਤਿੰਨ ਅਲੱਗ-ਅਲੱਗ ਐਂਟੀਟੀਜ਼ ਨੇ, ਉਹਨਾਂ 'ਚ ਦੋ ਰਿਲੇਸ਼ਨਸ਼ਿਪ ਆਪਾਂ ਇੱਥੇ ਬਣਾਏ ਨੇ ਇੱਕ ਐਗਜ਼ਾਮਪਲ ਦੇ ਤੌਰ ਤੇ। ਜਨਰਲਾਈਜੇਸ਼ਨ, ਇਹ ਵੀ ਇਹਨਾਂ ਦੇ ਆਪਸ ਵਿੱਚ ਜਿਹੜੇ ਕਨੈਕਸ਼ਨ ਨੇ, ਐਸੋਸੀਏਸ਼ਨ ਹੈ, ਉਹਦੇ ਨਾਲ ਹੀ ਰਿਲੇਟਡ ਟਰਮ ਹੈ। ਜਨਰਲਾਈਜੇਸ਼ਨ ਇਜ਼ ਏ ਬਾਟਮ ਅਪ ਅਪਰੋਚ ਇਨ ਵਿਚ ਟੂ ਲੋਅਰ ਲੈਵਲ ਐਂਟਿਟੀ ਕੰਬਾਈਨ ਟੂ ਫਾਰਮ ਏ ਹਾਇਰ ਲੈਵਲ ਐਂਟਿਟੀ। ਜਿਵੇਂ ਮੰਨ ਲਓ ਸੇਵਿੰਗ ਹੈ ਅਤੇ ਕਰੰਟ ਹੈ, ਇਹ ਦੋ ਤਰ੍ਹਾਂ ਦੇ ਅਕਾਊਂਟ ਬੈਂਕ 'ਚ ਹੁੰਦੇ ਨੇ, ਸੇਵਿੰਗ ਅਕਾਊਂਟ, ਕਰੰਟ ਅਕਾਊਂਟ। ਤਾਂ ਅਕਾਊਂਟ ਇਜ਼ ਦਾ ਮੇਜਰ ਐਂਟਿਟੀ, ਹਾਇਰ ਲੈਵਲ ਐਂਟਿਟੀ। ਪਰ ਉਹ ਅਕਾਊਂਟ ਕਿਸ ਟਾਈਪ ਦਾ? ਅਕਾਊਂਟ ਈਜ਼ੇ ਰਿਲੇਸ਼ਨਸ਼ਿਪ ਇਹਨੂੰ ਕਿਹਾ ਜਾਂਦਾ। ਇਹਨਾਂ ਦੇ ਵਿੱਚ ਈਜ਼ੇ ਰਿਲੇਸ਼ਨਸ਼ਿਪ ਹੁੰਦਾ। ਅਕਾਊਂਟ ਇਜ਼ ਏ ਸੇਵਿੰਗ ਅਕਾਊਂਟ ਔਰ ਅਕਾਊਂਟ ਇਜ਼ ਏ ਕਰੰਟ ਅਕਾਊਂਟ। ਤਾਂ ਅਕਾਊਂਟ ਦੋ ਟਾਈਪ ਦਾ ਹੋ ਸਕਦਾ। ਸੋ ਇਹ ਲੋਅਰ ਲੈਵਲ ਐਂਟਿਟੀ ਹੈ, ਡਿਟੇਲ ਹੈ, ਪੂਰੀ ਡਿਟੇਲ ਲੋਅਰ ਲੈਵਲ ਐਂਟਿਟੀ 'ਚ ਹੁੰਦੀ ਹੈ। ਬਟ ਦੇ ਆਰ ਐਸੋਸੀਏਟਡ ਵਿਦ ਏ ਹਾਇਰ ਲੈਵਲ ਐਂਟਿਟੀ ਅਕਾਊਂਟ। ਬਟ ਕਿਉਂਕਿ ਉਹ ਦੋਨੇ ਹੈਗੇ ਤਾਂ ਅਕਾਊਂਟ ਹੀ ਨੇ। ਸੋ ਇਨ ਜਨਰਲਾਈਜੇਸ਼ਨ ਦ ਹਾਇਰ ਲੈਵਲ ਐਂਟਿਟੀ ਕੈਨ ਆਲਸੋ ਕੰਬਾਈਨ ਵਿਦ ਅਦਰ ਲੋਅਰ ਲੈਵਲ ਐਂਟਿਟੀ ਟੂ ਮੇਕ ਫਰਦਰ ਹਾਇਰ ਲੈਵਲ ਐਂਟਿਟੀ। ਜਿਵੇਂ ਮੰਨ ਲਓ ਆਹ ਹਾਇਰ ਲੈਵਲ ਹੈ, ਇਹਦੇ ਨਾਲ ਕੋਈ ਹੋਰ ਹਾਇਰ ਲੈਵਲ ਇੱਦਾਂ ਲੋਅਰ ਲੈਵਲ ਜੁੜ ਕੇ ਇੱਕ ਹੋਰ ਹਾਇਰ ਲੈਵਲ ਇੱਦਾਂ ਉੱਪਰ ਨੂੰ ਜਾਈ ਜਾਂਦਾ ਹੁੰਦਾ ਹੈ। ਇਸ ਕਰਕੇ ਬਾਟਮ ਅਪ ਅਪਰੋਚ ਇਸ ਨੂੰ ਕਿਹਾ ਜਾਂਦਾ ਹੈ ਵੀ ਇਹ ਨੀਚੇ ਤੋਂ ਉੱਪਰ ਨੂੰ ਜਿਹੜੀ ਹੈ ਹਾਇਰ ਲੈਵਲ ਐਂਟਿਟੀਜ਼ ਵੱਲ ਨੂੰ ਵਧੀ ਜਾਂਦਾ। ਪਰ ਜਿਉਂ-ਜਿਉਂ ਨੀਚੇ ਨੂੰ ਜਾਂਦੇ ਹਾਂ ਡਿਟੇਲ ਵੱਧਦੀ ਹੈ, ਜਿਉਂ-ਜਿਉਂ ਉੱਪਰ ਨੂੰ ਜਾਂਦੇ ਹਾਂ ਜਨਰਲਾਈਜੇਸ਼ਨ ਵੱਧਦੀ ਹੈ। ਜਨਰਲ ਗੱਲ ਕਰੀ ਜਾਂਦੀ ਹੈ। ਜਨਰਲ ਮਤਲਬ ਵੀ ਅਕਾਊਂਟ ਹੈ, ਇਹ ਇੱਕ ਜਨਰਲ ਗੱਲ ਹੈ, ਪਰ ਅਕਾਊਂਟ ਕਿਹੜਾ ਹੈ ਉਹ ਨੀਚੇ ਦੱਸਿਆ ਜਾ ਰਿਹਾ। ਇਸ ਕਰਕੇ ਜਨਰਲਾਈਜੇਸ਼ਨ ਉੱਪਰ ਨੂੰ ਵਧੀ ਜਾਂਦੀ ਹੁੰਦੀ ਹੈ। ਸਪੈਸ਼ਲਾਈਜੇਸ਼ਨ ਨੀਚੇ ਨੂੰ ਵੱਧਦੀ ਹੁੰਦੀ ਹੈ। ਸਪੈਸ਼ਲਾਈਜੇਸ਼ਨ ਨੀਚੇ ਨੂੰ ਵਧੇਗੀ। ਸਪੈਸ਼ਲਾਈਜੇਸ਼ਨ ਇਜ਼ ਆਪੋਜ਼ਿਟ ਟੂ ਜਨਰਲਾਈਜੇਸ਼ਨ। ਜਿਵੇਂ ਜਨਰਲਾਈਜੇਸ਼ਨ ਉੱਪਰ ਨੂੰ ਜਾਂਦੀ ਹੈ, ਮਤਲਬ ਕਿ ਡਿਟੇਲ ਘਟਦੀ ਜਾਂਦੀ ਹੈ, ਜਨਰਲਾਈਜੇਸ਼ਨ ਵੱਧਦੀ ਜਾਂਦੀ ਹੈ, ਜਨਰਲ ਆਈਡੀਆਜ਼ ਆਉਂਦੇ ਜਾਂਦੇ। ਉਸੇ ਤਰ੍ਹਾਂ ਸਪੈਸ਼ਲਾਈਜੇਸ਼ਨ ਨੀਚੇ ਨੂੰ ਵੱਧਦੀ ਹੈ, ਮੀਨਸ ਡਿਟੇਲ ਨੀਚੇ ਨੂੰ ਵੱਧਦੀ ਹੈ। It is a top-down approach in which one higher level entity can be broken down into two or more lower level entities. Into two lower level entities भी कह सकते हैं। In specialization, some higher level entities may not have lower level entity sets as well. कई बार higher level ਦੀ ਕੋਈ lower level नहीं भी ਹੁੰਦੀ ਕਿਉਂਕਿ ਅੱਗੇ detail नहीं ਹੁੰਦੀ। ਇਹਨੂੰ ਵੀ ਅਸੀਂ ਇਸੇ ਐਗਜ਼ਾਮਪਲ 'ਚ ਲੈ ਸਕਦੇ ਹਾਂ, ਐਡੀ ਕੋਈ ਗੱਲ ਨਹੀਂ ਹੈ। ਅਕਾਊਂਟ ਇਜ਼ ਏ ਹਾਇਰ ਲੈਵਲ ਐਂਟਿਟੀ ਐਂਡ ਸੇਵਿੰਗ ਐਂਡ ਕਰੰਟ ਆਰ ਲੋਅਰ ਲੈਵਲ ਐਂਟਿਟੀਜ਼। ਉੱਪਰੋਂ ਨੀਚੇ ਨੂੰ ਅਗਰ ਕਹੀਏ ਤਾਂ ਸਪੈਸ਼ਲਾਈਜੇਸ਼ਨ ਹੋ ਰਹੀ ਹੈ, ਜਦੋਂ ਅਸੀਂ ਨੀਚੇ ਉੱਪਰ ਨੂੰ ਕਹੀਏ ਤਾਂ ਜਨਰਲਾਈਜੇਸ਼ਨ ਹੋ ਰਹੀ ਹੈ। ਸੇਮ ਇੱਥੇ ਐਗਜ਼ਾਮਪਲ ਦਿੱਤੀ ਜਾ ਸਕਦੀ ਹੈ, ਪਰ ਮੈਂ ਇੱਥੇ ਥੋੜੀ ਡਿਫਰੈਂਟ ਐਗਜ਼ਾਮਪਲ ਦੇਤੀ ਤਾਂ ਜੋ ਜ਼ਿਆਦਾ ਪਤਾ ਲੱਗੇ, ਜ਼ਿਆਦਾ ਸਮਝ ਲੱਗ ਜਾਵੇ। ਸਟੂਡੈਂਟ ਇਜ਼ ਏ ਹਾਇਰ ਲੈਵਲ ਐਂਟਿਟੀ। ਪਰ ਸਟੂਡੈਂਟ ਜਿਹੜੇ ਨੇ ਉਹ ਦੋ ਟਾਈਪ ਦੇ ਹੋ ਸਕਦੇ ਨੇ। ਇੱਕ ਤਾਂ ਐਕਸ ਸਟੂਡੈਂਟ ਨੇ ਜਿਹੜੇ ਪੜ੍ਹ ਕੇ ਚਲੇ ਗਏ, ਐਕਸ ਸਟੂਡੈਂਟ। ਇੱਕ ਅਜੇ ਪੜ੍ਹ ਰਹੇ ਨੇ, ਕਰੰਟ ਸਟੂਡੈਂਟ। ਦੋ ਟਾਈਪ ਦੇ ਹੋ ਗਏ। ਸੋ ਨੀਚੇ ਨੂੰ ਹੋ ਗਈ ਸਪੈਸ਼ਲਾਈਜੇਸ਼ਨ, ਉੱਪਰੋਂ ਨੀਚੇ ਨੂੰ ਇਹਦੇ 'ਚ ਵੀ ਉਹੀ ਹੈ। ਨੀਚੇ ਨੂੰ ਇਹ ਸਪੈਸ਼ਲਾਈਜੇਸ਼ਨ ਹੈ, ਉੱਪਰ ਨੂੰ ਜਾਈਏ ਤਾਂ ਇਹ ਜਨਰਲਾਈਜੇਸ਼ਨ ਹੈ। both are opposite to each other, both can exist in the same entity relationship diagram।
ਇਸੇ ਤਰ੍ਹਾਂ ਐਗਰੀਗੇਸ਼ਨ ਹੁੰਦੀ ਹੈ। ਐਗਰੀਗੇਸ਼ਨ ਇੱਕ ਪ੍ਰੋਸੈਸ ਹੈ ਜਿਹਦੇ ਵਿੱਚ ਅਸੀਂ ਦੋ ਐਂਟੀਟੀਜ਼ ਨੂੰ ਇੱਕ ਸਿੰਗਲ ਐਂਟੀਟੀਜ਼ ਦੇ ਤੌਰ ਤੇ ਕੰਬਾਈਨ ਕਰਕੇ ਟਰੀਟ ਕਰਦੇ ਹਾਂ। ਐਗਰੀਗੇਸ਼ਨ ਇਜ਼ ਦਾ ਪ੍ਰੋਸੈਸ ਵੈਨ ਰਿਲੇਸ਼ਨ ਬਿਟਵੀਨ, ਇੱਥੇ ਰਿਲੇਸ਼ਨਸ਼ਿਪ ਚਾਹੀਦਾ ਵੈਸੇ, ਕਿਉਂਕਿ ਰਿਲੇਸ਼ਨ ਦਾ ਸ਼ਬਦ ਦਾ ਮੀਨਿੰਗ ਕੁਝ ਹੋਰ ਬਣ ਜਾਂਦਾ ਕਈ ਵਾਰ। ਰਿਲੇਸ਼ਨ ਅਸੀਂ ਟੇਬਲ ਨੂੰ ਵੀ ਕਹਿੰਦੇ ਹਾਂ। Aggregation is the process when a relationship between two entities is treated as a single entity. Two entities is treated as a single entity. मतलब जिसमें मान लो आज सेंटर है, ठीक है, सेंटर ऑफर करता है कोर्सेज ਨੂੰ। सेंटर ऑफर्स कोर्स। सेंटर मतलब जिवें स्टडी सेंटर ਹੁੰਦੇ ਨੇ, ਜਿਵੇਂ ਯੂਨੀਵਰਸਿਟੀਜ਼ ਬਣਾਉਂਦੀਆਂ ਨੇ, ਡਿਸਟੈਂਸ ਐਜੂਕੇਸ਼ਨ ਸੈਂਟਰ ਹੁੰਦੇ ਨੇ ਇੱਦਾਂ। ਈਵਨ ਤੁਸੀਂ ਇੰਸਟੀਚਿਊਟ ਨੂੰ, ਕੈਂਪਸ ਨੂੰ, ਉਹਨੂੰ ਵੀ ਸੈਂਟਰ ਕਹਿ ਸਕਦੇ ਹੋ, ਲਰਨਿੰਗ ਸੈਂਟਰ ਨੇ। ਸੈਂਟਰ ਆਫਰ ਕਰਦਾ ਹੈ ਆਹ ਕੋਰਸ, ਠੀਕ ਹੈ। ਹੁਣ ਇਹ ਦੋ ਅਲੱਗ-ਅਲੱਗ ਐਂਟੀਟੀਜ਼ ਨੇ, ਇਹਨਾਂ ਦੇ ਵਿਚਾਲੇ ਰਿਲੇਸ਼ਨਸ਼ਿਪ ਆਫਰਸ ਨਾਂ ਦਾ ਰਿਲੇਸ਼ਨਸ਼ਿਪ ਹੈ। ਅਸੀਂ ਇਹਨਾਂ ਦੋਹਾਂ ਨੂੰ ਇਕੱਠੇ ਕਰਕੇ ਇੱਕ ਸਿੰਗਲ ਐਂਟੀਟੀ ਦੇ ਤੌਰ ਤੇ ਡੀਲ ਕਰ ਰਹੇ ਹਾਂ, ਤਾਂ ਜੋ ਇਸ ਐਂਟੀਟੀ ਦਾ ਨੀਚੇ ਵਾਲੀ ਵਿਜ਼ਟਰ ਐਂਟੀਟੀ ਦੇ ਨਾਲ ਇੱਕ ਰਿਲੇਸ਼ਨਸ਼ਿਪ ਬਣੀ ਹੈ ਇਨਕੁਆਇਰੀ ਕਰਨ ਦੇ ਲਈ। ਇਨਕੁਆਇਰ, ਵਿਜ਼ਟਰ ਇਨਕੁਆਇਰ। ਜਦੋਂ ਵਿਜ਼ਟਰ ਇਨਕੁਆਇਰ ਕਰੇਗਾ, ਉਹ ਇਕੱਲੇ ਸੈਂਟਰ ਦੀ ਇਨਕੁਆਇਰੀ ਨਹੀਂ ਕਰੇਗਾ, ਉਹ ਕੋਰਸ ਦੀ ਵੀ ਇਨਕੁਆਇਰੀ ਕਰੇਗਾ, ਦੋਨਾਂ ਦੀ ਇਨਕੁਆਇਰੀ ਕਰੇਗਾ। ਤੋ ਇਹਨਾਂ ਦੋਹਾਂ ਨੂੰ ਅਸੀਂ ਕੰਬਾਈਨ ਕਰਕੇ ਇੱਕ ਸਿੰਗਲ ਐਂਟੀਟੀ ਦੇ ਤੌਰ ਤੇ ਵਰਤ ਰਹੇ ਹਾਂ, ਤੇ ਵਿਜ਼ਟਰ ਅਤੇ ਇਸ ਸਿੰਗਲ ਐਂਟੀਟੀ ਦੇ ਵਿਚਾਲੇ ਇਨਕੁਆਇਰਸ ਨਾਂ ਦਾ ਰਿਲੇਸ਼ਨਸ਼ਿਪ ਬਣਾ ਰਹੇ ਹਾਂ। ਹੇਅਰ ਦਾ ਰਿਲੇਸ਼ਨ ਬਿਟਵੀਨ ਦਾ ਸੈਂਟਰ, ਤੇ ਫਿਰ ਉਹੀ ਗੱਲ ਹੈ, ਹੇਅਰ ਦਾ ਰਿਲੇਸ਼ਨਸ਼ਿਪ ਬਿਟਵੀਨ ਦਾ ਸੈਂਟਰ ਐਂਡ ਦਾ course is acting as an entity in relation with visitor, ठीक है। तो ये चीज एग्रीगेशन मतलब दो ਜਾਂ ਦੋ ਤੋਂ ਜ਼ਿਆਦਾ ਜਿਹੜੀਆਂ ਐਂਟੀਟੀਜ਼ ਹੋਣਗੀਆਂ, ਉਹਨਾਂ ਨੂੰ ਕੰਬਾਈਨ ਕਰਕੇ ਇੱਕ ਸਿੰਗਲ ਐਂਟੀਟੀ ਦੇ ਤੌਰ ਤੇ ਉਹਨਾਂ ਨੂੰ ਅਸੀਂ ਟਰੀਟ ਕਰਨਾ ਹੈ, ਜਦੋਂ ਅਸੀਂ ਉਹਨੂੰ ਰਿਲੇਸ਼ਨਸ਼ਿਪ ਉਸ ਤੋਂ ਕਿਸੇ ਹੋਰ ਨਾਲ ਉਹਦਾ ਰਿਲੇਸ਼ਨਸ਼ਿਪ ਬਣਾਉਣਾ ਤਾਂ। ਟ੍ਰਾਂਸਫਰਿੰਗ ਈਅਰ ਡਾਇਗਰਾਮਸ ਟੂ ਟੇਬਲਸ। ਹੁਣ ਪਹਿਲਾਂ ਈਅਰ ਡਾਇਗਰਾਮ ਬਣਨਗੀਆਂ, ਉਸ ਤੋਂ ਬਾਅਦ ਉਹਨਾਂ ਦੇ ਟੇਬਲ ਬਣਨੇ ਆ। ਪ੍ਰੈਕਟੀਕਲੀ ਤਾਂ ਹੀ ਕੰਮ ਚੱਲੇਗਾ, ਇਹ ਤਾਂ ਸਿਰਫ ਕਾਗਜ਼ਾਂ ਤੇ ਬਣਦੀਆਂ ਹੁੰਦੀਆਂ ਨੇ ਡਾਇਗਰਾਮਸ। ਤੇ ਚਲੋ ਠੀਕ ਹੈ, ਸੌਫਟਵੇਅਰ ਵੀ ਆਉਂਦੇ ਨੇ, ਉਹਨਾਂ 'ਚ ਵੀ ਬਣ ਜਾਂਦੀਆਂ ਨੇ, ਪਰ ਬੇਸਿਕਲੀ ਇਹਨਾਂ ਦਾ ਕੰਮ ਤਾਂ ਸਿਰਫ ਵਿਜ਼ੂਅਲ ਰਿਪਰਜ਼ੈਂਟੇਸ਼ਨ ਹੈ। ਇਹ ਡਾਟਾ ਤਾਂ ਸਟੋਰ ਨਹੀਂ ਕਰ ਸਕਦੀਆਂ, ਡਾਟਾ ਸਟੋਰ ਕਰਨ ਲਈ ਟੇਬਲ ਬਣਾਉਣੇ ਪੈਣਗੇ। ਸੋ ਹਰੇਕ ਜਿਹੜੀ ਈਆਰ ਡਾਇਗਰਾਮ ਬਣਦੀ ਹੈ, ਉਹ ਫਾਈਨਲੀ ਟੇਬਲ 'ਚ ਕਨਵਰਟ ਕਰਨੀ ਪੈਂਦੀ ਹੈ, ਤਾਂ ਜੋ ਉਸ 'ਤੇ ਪ੍ਰੈਕਟੀਕਲੀ ਡਾਟਾ ਸਟੋਰ ਹੋ ਸਕੇ। ਜਿਵੇਂ ਮੰਨ ਲਓ ਸਾਡੇ ਕੋਲ ਆਹ ਇੱਕ ਈਆਰ ਡਾਇਗਰਾਮ ਆ ਇੱਥੇ ਬਣੀ ਹੋਈ, ਇੰਪਲੋਈ ਨਾਂ ਦੀ ਈਆਰ ਡਾਇਗਰਾਮ ਹੈ। ਇਸ ਦੇ ਵਿੱਚ ਆਹ ਐਟਰੀਬਿਊਟ ਨੇ ਸਾਰੇ, SSN, ਫਸਟ, ਲਾਸਟ, ਇਹ ਨੇਮ ਦੇ 3 ਪਾਰਟ ਨੇ, ਈਮੇਲ, ਡੇਟ ਆਫ ਬਰਥ, ਏਜ, ਇਹ ਸਾਰੇ ਇਹਦੇ ਐਟਰੀਬਿਊਟ ਨੇ। ਅਸੀਂ ਇਸ ਤੋਂ ਟੇਬਲ ਬਣਾਉਣਾ, ਤਾਂ ਟੇਬਲ ਇਹਦੇ 2 ਬਣਨਗੇ, 2 ਟੇਬਲਾਂ 'ਚ ਕਨਵਰਟ ਹੋ ਜਾਣਾ ਇਹਨੇ। ਆਹ ਦੇਖੋ, would get transformed into the following relational schema, यानी रिलेशन स्कीमा डायग्राम मतलब ਜਿਹੜਾ ਆਪਣਾ ਜਿਹੜਾ ਹੋਗਾ ਟੇਬਲ ਵਾਲੀ ਜਿਹੜੀ ਡਾਇਗਰਾਮ ਬਣੇਗੀ, ਸਕੀਮਾ ਬਣੇਗਾ, ਸਟਰਕਚਰ ਬਣੇਗਾ, ਉਹ ਇਦਾਂ। ਹੁਣ ਇਹਦੇ ਵਿੱਚੋਂ ਇੱਕ ਗੱਲ ਦੇਖਣ ਵਾਲੀ ਹੁੰਦੀ ਹੈ ਕਿ ਇੱਥੇ ਅਸੀਂ ਇੱਕ ਏਜ ਲਿਖਿਆ ਹੋਇਆ, ਏਜ ਦੀ ਕੋਈ ਲੋੜ ਨਹੀਂ ਹੈ ਸਟੋਰੇਜ ਕਰਨ ਦੀ, ਕਿਉਂਕਿ ਡੇਟ ਆਫ ਬਰਥ ਆ ਗਈ ਹੈ, ਡੇਟ ਆਫ ਬਰਥ ਤੋਂ ਏਜ ਕੈਲਕੂਲੇਟ ਹੋ ਸਕਦੀ ਹੈ, ਸੋ ਏਜ ਨੂੰ ਛੱਡ ਦਿੱਤਾ ਜਾਏਗਾ। ਬਾਕੀ ਰਹਿ ਜਾਂਦੇ ਨੇ ਡੇਟ ਆਫ ਬਰਥ, ਨੇਮ, SSN ਤੇ ਈਮੇਲ, ਆ 4। ਇਹਨਾਂ 'ਚ ਜਿਹੜਾ ਈਮੇਲ ਹੈ ਇਹਨੂੰ ਵੀ ਇੱਥੇ ਪਹਿਲੇ 'ਚ ਇਨਕਲੂਡ ਨਹੀਂ ਕੀਤਾ ਜਾਏਗਾ, ਕਿਉਂਕਿ ਇੱਕ ਬੰਦੇ ਦੀਆਂ ਇੱਕ ਤੋਂ ਜ਼ਿਆਦਾ ਈਮੇਲ ਹੋ ਸਕਦੀਆਂ ਨੇ, ਇਸ ਨੂੰ ਮਲਟੀ ਵੈਲਿਊਡ ਐਟਰੀਬਿਊਟ ਕਹਿੰਦੇ ਨੇ। ਸੋ ਇੱਕ ਇੰਪਲਾਈ ਦੀਆਂ ਕਿਉਂਕਿ ਇੱਕ ਤੋਂ ਜ਼ਿਆਦਾ ਈਮੇਲ ਹੋ ਸਕਦੀਆਂ ਨੇ, ਇਸ ਕਰਕੇ ਇਹਨਾਂ ਦਾ ਇੱਕ ਅਲੱਗ ਟੇਬਲ ਬਣਾਇਆ ਜਾਏਗਾ। ਆ ਦੂਸਰਾ ਟੇਬਲ ਆ ਦੇਖੋ, SSN ਅਤੇ SSN, ਉਹਦਾ SSN ਦੇ ਨੀਚੇ ਅੰਡਰਲਾਈਨ ਕੀਤਾ ਹੈ, ਇਹਦਾ ਮਤਲਬ ਹੈ ਕਿ ਇਹ ਪ੍ਰਾਇਮਰੀ ਕੀ, ਇਹ ਟੇਬਲ 'ਚ ਆਏਗਾ ਹੀ ਆਏਗਾ ਯੂਨੀਕਲੀ ਆਇਡੈਂਟੀਫਾਈ ਕਰਨ ਲਈ। SSN ਆਏਗਾ ਹੀ ਆਏਗਾ, ਉਹਦੇ ਨਾਲ ਈਮੇਲ ਐਡ ਹੋ ਜਾਏਗੀ। SSN ਅਤੇ ਈਮੇਲ ਦਾ ਇੱਕ ਅਲੱਗ ਟੇਬਲ ਬਣ ਗਿਆ, ਕਿਉਂਕਿ ਈਮੇਲ ਇੱਕ ਤੋਂ ਜ਼ਿਆਦਾ ਹੋ ਸਕਦੀਆਂ ਨੇ ਇੱਕ ਬੰਦੇ ਦੀਆਂ, ਮਲਟੀ ਵੈਲਿਊਡ ਐਟਰੀਬਿਊਟ ਇਹਨੂੰ ਕਹਿੰਦੇ ਨੇ। ਸੋ ਸੈਪਰੇਟ ਟੇਬਲ ਬਣੇਗਾ ਇਹਨਾਂ ਦਾ, ਇਹ ਵਿੱਚ ਨਹੀਂ ਇਨਕਲੂਡ ਹੋਣਾ। ਤੇ ਦੂਸਰਾ ਟੇਬਲ ਬਾਕੀ ਰਹਿੰਦੇ ਜਿਹੜੇ ਐਟਰੀਬਿਊਟ ਨੇ ਉਹਨਾਂ ਨਾਲ ਬਣ ਜਾਏਗਾ। ਜਿਵੇਂ ਬਾਕੀ ਕਿਹੜੇ ਰਹਿ ਗਏ, SSN ਤਾਂ ਆਏਗਾ ਹੀ ਆਏਗਾ, ਨੇਮ ਹੈ, ਡੇਟ ਆਫ ਬਰਥ ਹੈ, 2 ਇਹ ਨੇ, ਨੇਮ ਦੇ 3 ਪਾਰਟ ਨੇ, ਉਹ ਅੱਡ ਅੱਡ ਐਟਰੀਬਿਊਟ ਬਣਨਗੇ। ਜਿਵੇਂ SSN ਹੋ ਗਿਆ, ਨੇਮ ਦੇ 3 ਪਾਰਟ, ਫਸਟ ਨੇਮ, ਲਾਸਟ ਨੇਮ, ਮਿਡਲ ਨੇਮ ਐਂਡ ਡੇਟ ਆਫ ਬਰਥ, ਇਹਨਾਂ ਦੇ ਐਟਰੀਬਿਊਟ ਬਣ ਜਾਣਗੇ। ਤੇ ਇਹ ਇੱਕ ਅਲੱਗ 2 ਟੇਬਲ ਬਣਨਗੇ ਇਸ ਈਆਰ ਡਾਇਗਰਾਮ ਨੂੰ ਜਦੋਂ ਅਸੀਂ ਟੇਬਲ 'ਚ ਟ੍ਰਾਂਸਫਾਰਮ ਕਰਾਂਗੇ। ਸੋ ਇਹ ਸੀ ਸਾਡਾ ਅੱਜ ਦਾ ਟੌਪਿਕ।